बीबी जंगीर कौर ਜਿਹੜੇ कि ਇਹ ਕਹਿ ਰਹੇ ਨੇ कि माझी साजी ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਚਲੋ ਮੈਨੂੰ ਤਾਂ ਚਾਰ ਗਾਲਾਂ ਹੋਰ ਵੀ ਕੱਢ ਲੈਣ ਜੇ ਉਹਨਾਂ ਨੂੰ ਠੀਕ ਲੱਗਦਾ। ਉਮਰ ਦੇ ਲਿਹਾਜ਼ ਨਾਲ ਮੇਰੇ ਮਾਤਾ ਤੋਂ ਵੀ ਵੱਡੀ ਉਮਰ ਦੇ ਨੇ, ਸਤਿਕਾਰਯੋਗ ਨੇ, ਪਰ ਮੈਂ ਤਾਂ ਵੀਰ ਜੀ ਉਹਨਾਂ ਤੋਂ ਪਿਛਲੇ ਦਿਨੀ ਜੌਲੀਆਂ ਪਿੰਡ ਵਿੱਚ ਜਦੋਂ ਆਏ ਬੜੇ ਰਿਸਪੈਕਟਫੁਲੀ 3-4 ਸਵਾਲ ਪੁੱਛੇ ਸੀਗੇ। ਸੁਖਵੀਰ ਨੂੰ ਚਾਹੀਦਾ कि इदा तू आ बीबी जंगीर कौर राही ਜਾਂ ਹਰਪ੍ਰੀਤ ਸਿੰਘ ਹੋਰਾਂ ਤੋਂ इस तरह ਦੀਆਂ ਗੱਲਾਂ ਬਾਤਾਂ ਜੀਆਂ ਕਰਵਾ ਕੇ ਨਾ ਤੂੰ ਭੁਲੇਖਾ ਇਹ ਮਨ ਚੋਂ ਕੱਢ ਦੇ। ਹੁਣ ਪੰਥ ਨਹੀਂ ਪ੍ਰਵਾਨ ਕਰਨਾ, ਹੁਣ ਤੂੰ ਪੰਥ ਦਾ ਖਹਿੜਾ ਛੱਡ, ਹੁਣ ਤੂੰ ਸੌਦਾ ਸਾਧ ਦੀ ਨਾ ਉਹ ਗੱਦੀ ਸਾਂਭ ਲੈ ਚੁੱਪ ਕਰਕੇ। ਸਮਾਂ ਤੁਹਾਡਾ, ਜਗ੍ਹਾ ਤੁਹਾਡੀ, ਜਗ੍ਹਾ ਚਲੋ ਉਹ ਸੰਸਥਾਵਾਂ ਸਾਡੀਆਂ ਪਵਿੱਤਰ ਨੇ, ਅਕਾਲ ਤਖਤ ਸਾਹਿਬ ਆ, ਉੱਥੇ ਬੈਠੋ, ਸਾਰਾ ਮੀਡੀਆ ਨੂੰ ਸੱਦ ਲਓ, ਬਹਿ ਕੇ ਡਿਬੇਟ ਕਰ ਲਓ, ਭੱਜਦੇ ਕਿਉਂ ਨੇ? ਉਹ ਸਵਾਲ ਤਾਂ ਨਾ ਕੋਹਲੀ ਸਾਹਿਬ ਉਹਨਾਂ ਦੇ ਨਾ ਐ ਸੀਨੇ 'ਚ ਵੱਜੇ ਤੀਰ ਵਾਂਗੂ, ਉਹ ਇੰਨਾ ਜ਼ਖਮ ਉਹਨਾਂ 'ਤੇ ਗਹਿਰਾ ਕਰਤਾ ਸਵਾਲਾਂ ਨੇ, ਤੇ ਇਸੇ ਕਰਕੇ 1 ਮਹੀਨੇ ਬਾਅਦ ਵੀ ਉਹਨਾਂ ਦੀਆਂ ਜਿਹੜੀਆਂ ਚੀਕਾਂ ਨੇ ਉਹ ਸਾਫ਼ ਉਸ ਇਕੱਤਰਤਾ ਦੇ ਵਿੱਚੋਂ ਚੀਕਾਂ ਪੈਂਦੀਆਂ ਦਿਖਾਈ ਦਿੰਦੀਆਂ ਨੇ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਸੀ। ਬੇਸ਼ੱਕ ਉਹ ਬਾਈਬਲ ਕਲਾਂ ਦਾ ਮਾਮਲਾ ਹੋਵੇ ਜਾਂ ਪੰਜਾਬ ਦੇ ਵੱਖ-ਵੱਖ ਥਾਵਾਂ ਦਾ ਮਾਮਲਾ ਹੋਵੇ, ਇਹਨਾਂ ਸਾਰੇ ਥਾਵਾਂ ਦੇ ਉੱਤੇ ਇੱਕ ਅਜਿਹਾ ਸ਼ਖਸ ਸੀ ਜਿਸ ਨੇ ਹਰ ਜਗ੍ਹਾ ਦੇ ਉੱਤੇ ਸ਼ਮੂਲੀਅਤ ਕੀਤੀ। ਭਾਈ ਹਰਜਿੰਦਰ ਸਿੰਘ ਮਾਝੀ ਜੋ ਕਥਾਵਾਚਕ ਨੇ, ਇਹਨਾਂ ਨੇ ਬਾਈਬਲ ਕਲਾਂ ਦੇ ਵਿੱਚ ਵੀ ਸੰਗਤਾਂ ਨੂੰ ਆਪਣੇ ਕੀਰਤਨ ਦੇ ਨਾਲ ਨਿਹਾਲ ਕੀਤਾ ਸੀ। ਜਿਨ੍ਹਾਂ ਲੋਕਾਂ ਨੇ ਇਸ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਉਹਨਾਂ ਨੂੰ ਉਜਾਗਰ ਕੀਤਾ ਸੀ। ਤੇ ਉਸ ਤੋਂ ਬਾਅਦ ਹੁਣ ਕੁਝ ਦਿਨ ਪਹਿਲਾਂ ਸੰਗਰੂਰ ਦੇ ਪਿੰਡ ਜੋਲੀਆਂ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਐਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਕੋਲੋਂ ਸਵਾਲ ਪੁੱਛੇ ਗਏ ਸੀ। ਤੇ ਹੁਣ ਬੀਬੀ ਜਗੀਰ ਕੌਰ ਨੇ ਹਰਜਿੰਦਰ ਸਿੰਘ ਮਾਝੀ ਨੂੰ ਹੀ ਇਸ ਦਾ ਦੋਸ਼ੀ ਕਰਾਰ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਾਈਬਲ ਕਲਾਂ ਦੇ ਵਿੱਚ ਜਿਨ੍ਹਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਸੀ ਉਹੀ ਇਸ ਦੇ ਮੁੱਖ ਦੋਸ਼ੀ ਨੇ। ਸਾਡੇ ਨਾਲ ਭਾਈ ਹਰਜਿੰਦਰ ਸਿੰਘ ਮਾਝੀ ਨੇ ਇਹਨਾਂ ਗੱਲ ਕਰਦੇ ਹਾਂ। ਮਾਝੀ ਜੀ, ਬੀਬੀ ਜਗੀਰ ਕੌਰ ਨੇ ਸਿੱਧੇ ਤੌਰ 'ਤੇ ਕਿਹਾ ਹੈ ਕਿ ਜੋ ਜਿਨ੍ਹਾਂ ਨੇ ਉੱਥੇ ਧਰਨਾ ਪ੍ਰਦਰਸ਼ਨ ਕੀਤੇ ਸੀ, ਮਾਝੀ ਮੂਜੀ ਕਹਿ ਕੇ ਤੁਹਾਡਾ ਨਾਮ ਲੈ ਕੇ ਸਿੱਧਾ ਕਿਹਾ ਹੈ ਕਿ ਉਹੀ ਮੇਨ ਦੋਸ਼ੀ ਨੇ ਜਿਨ੍ਹਾਂ ਨੇ ਬੇਅਦਬੀ ਕਰਾਈ। ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੀਬੀ ਜੰਗੀਰ ਕੌਰ ਜਿਹੜੇ ਕਿ ਇਹ ਕਹਿ ਰਹੇ ਨੇ ਕਿ माझी साजी ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਚਲੋ ਮੈਨੂੰ ਤਾਂ ਚਾਰ ਗਾਲਾਂ ਹੋਰ ਵੀ ਕੱਢ ਲੈਣ ਜੇ ਉਹਨਾਂ ਨੂੰ ਠੀਕ ਲੱਗਦਾ। ਉਮਰ ਦੇ ਲਿਹਾਜ਼ ਨਾਲ ਮੇਰੇ ਮਾਤਾ ਤੋਂ ਵੀ ਵੱਡੀ ਉਮਰ ਦੇ ਨੇ, ਸਤਿਕਾਰਯੋਗ ਨੇ, ਪਰ ਮੈਂ ਤਾਂ ਵੀਰ ਜੀ ਉਹਨਾਂ ਤੋਂ ਪਿਛਲੇ ਦਿਨੀ ਜੌਲੀਆਂ ਪਿੰਡ ਵਿੱਚ ਜਦੋਂ ਆਏ ਬੜੇ ਰਿਸਪੈਕਟਫੁਲੀ 3-4 ਸਵਾਲ ਪੁੱਛੇ ਸੀਗੇ ਕਿ ਬੀਬੀ ਜੀ ਜਿਹੜਾ ਗਿਆਨੀ ਗੁਰਮੁਖ ਸਿੰਘ ਨੇ ਦੱਸਿਆ ਸੀਗਾ ਕਿ ਸਾਨੂੰ ਬਾਦਲਾਂ ਨੇ ਕੋਠੀ 'ਚ ਤਲਬ ਕੀਤਾ, ਤੇ ਉਹ ਜਦੋਂ ਉਹਨੇ ਇਹ ਗੱਲ ਕਹੀ ਤਾਂ ਉਹਨੂੰ ਦਮਦਮਾ ਸਾਹਿਬ ਤੋਂ ਹਟਾ ਕੇ ਧਮਧਾਨ ਸਾਹਿਬ ਭੇਜ ਦਿੱਤਾ। ਬਾਅਦ ਵਿੱਚ ਜਦੋਂ ਉਹ ਬਿਆਨਾਂ ਤੋਂ ਮੁੱਕ ਰਿਹਾ ਤਾਂ ਧਮਧਾਨ ਸਾਹਿਬ ਤੋਂ ਹੈੱਡ ਗ੍ਰੰਥੀ ਲਾਤਾ। ਉਹ ਇੱਕ ਵਾਰ ਤਾਂ ਦੋਨਾਂ ਵਾਰੀਆਂ 'ਚੋਂ ਇੱਕ ਵਾਰੀ ਝੂਠ ਬੋਲਿਆ, ਤਾਂ ਉਹਨੂੰ ਝੂਠ ਬੋਲਣ ਵਾਲੇ ਬੰਦੇ ਨੂੰ ਹੈੱਡ ਗ੍ਰੰਥੀ ਕਿਉਂ ਲਾਇਆ? ਤੇ ਦੂਜੀ ਗੱਲ, ਜਿਹੜਾ 328 ਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਅਧੀਨ ਛਪਦੇ ਨੇ ਉਹਦਾ ਵੀ ਹਿਸਾਬ ਕਿਤਾਬ ਅਸੀਂ ਕਿੱਥੋਂ ਮੰਗਣ ਜਾਈਏ, ਤੁਸੀਂ ਦੱਸ ਦਿਓ। ਤੀਜੀ ਗੱਲ, ਜਿਹੜਾ 90 ਲੱਖ ਲਗਭਗ 90 ਲੱਖ ਰੁਪਈਆ ਗੁਰੂ ਕੀ ਗੋਲਕ ਵਿੱਚੋਂ ਦਿੱਤਾ ਗਿਆ, ਜਦੋਂ ਬਿਨਾਂ ਮੰਗਿਆ ਮਾਫੀ ਦਾ ਸੰਗਤ ਨੇ ਵਿਰੋਧ ਕੀਤਾ ਸੌਦਾ ਸਾਧੀ ਦਾ, ਤਾਂ ਉਦੋਂ ਇਹਨੂੰ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਗੁਰੂ ਕੀ ਗੋਲਕ 'ਚੋਂ ਜਿਹੜਾ 90 ਲੱਖ ਵਰਤਿਆ ਸੀ ਉਹਦੀ ਭਰਪਾਈ ਕਿੱਥੋਂ ਕਰਾਉਂਗੇ? ਚੌਥਾ, ਮੈਂ ਆਹ ਡਾਕੂਮੈਂਟ ਉਹਨਾਂ ਨੂੰ ਸਾਰੇ ਸੌਂਪੇ ਦਿੱਤਾ ਕਿ ਕਿਵੇਂ 35 ਸਰੂਪ ਤੇ 250 ਤੋਂ ਵੱਧ ਪੋਥੀਆਂ ਮਰੇਕੋਟਲੇ ਇਲਾਕੇ 'ਚੋਂ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਹਸਤਾਖਰ ਦਿਖਾ ਕੇ ਚੁੱਕੀਆਂ ਗਈਆਂ। ਤਾਂ ਚਾਹੀਦਾ ਸੀ ਇਹੋ ਜਿਹੇ ਮਸਲਿਆਂ ਦੇ ਉੱਤੇ ਤਫਤੀਸ਼ ਕਰਕੇ। ਮੈਂ 29 ਜੂਨ ਨੂੰ ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀਗਾ, ਅੱਜ 28 ਜੂਨ ਹੋ ਗਈ, ਪਰ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਤੇ ਬੀਬੀ ਜੰਗੀਰ ਕੌਰ ਜਿਹੜਾ ਕਹਿੰਦੀ ਆ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ ਜਾਂ ਇਹਨਾਂ ਨੇ ਬਾਈਬਲ ਕਲਾਂ ਜਿਨ੍ਹਾਂ ਨੇ ਧਰਨਾ ਲਾਇਆ ਸੀ ਸਿੱਖ ਪ੍ਰਚਾਰਕਾਂ ਨੇ ਉਹਨਾਂ ਵੱਲ ਇਸ਼ਾਰਾ ਕਰਦੀ ਹੈ, ਮੇਰਾ ਬਾਈ ਨੇਮ ਕਰਦੀ ਹੈ। ਸੋ ਮੈਨੂੰ ਲੱਗਦਾ ਵੀ ਇਹ ਬਾਦਲਕਿਆਂ ਦੀ ਜਿਹੜੀ ਪੁਰਾਣੀ ਥਿਊਰੀ ਹੈ ਉਹਦੇ ਉੱਤੇ ਇਹ ਦੁਬਾਰਾ ਕੰਮ ਕਰ ਰਹੇ ਨੇ, ਕਿਉਂਕਿ 2015 ਦੇ ਵਿੱਚ ਵੀ ਯਤਨ ਕੀਤਾ ਗਿਆ ਸਾਡੇ ਵੇਕਸੂਰ ਸਿੱਖ ਨੌਜਵਾਨਾਂ ਨੂੰ ਫਸਾਉਣ ਦਾ, ਤੇ ਅੱਜ ਵੀ ਇਹ ਯਤਨ ਕਰਦੇ ਨੇ, ਪਰ ਇਹਨਾਂ ਦੀਆਂ ਚਾਲਾਂ ਬਹੁਤ ਨੀਵੇਂ ਪੱਧਰ ਦੀਆਂ ਨੇ, ਤੇ ਗੁਰੂ ਤੇ ਸੰਗਤ ਸਭ ਕੁਝ ਜਾਣਦੀ ਹੈ, ਕੋਈ ਮਤਲਬ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਂਦਾ। ਤੋ ਅਸੀਂ ਇਹਨਾਂ ਨੂੰ ਠੋਕ ਕੇ, ਮੈਂ ਅੱਜ ਤੁਹਾਡੇ ਜਗਬਾਣੀ ਮਾਧਿਅਮ ਰਾਹੀਂ ਬੀਬੀ ਜੰਗੀਰ ਕੌਰ ਨੂੰ ਕਹਿਣਾ ਚਾਹੁੰਦਾ, ਗੁਰੂ ਦੇ ਉੱਤੇ ਭਰੋਸਾ ਰੱਖ ਕੇ, ਅਕਾਲ ਪੁਰਖ ਤੇ, ਕਿ ਜੇ ਤੁਹਾਡੇ 'ਚ ਰੰਚਕ ਮਾਤਰ ਵੀ ਸੱਚ ਹੈ, ਮਾੜੀ ਜੀ ਵੀ ਜ਼ਮੀਰ ਤੁਹਾਡੀ ਜਾਗਦੀ ਹੈ, ਬੀਬੀ ਜੰਗੀਰ ਕੌਰ ਜੀ, ਸਮਾਂ ਤੁਹਾਡਾ, ਦੱਸੋ ਤਾਂ ਸਹੀ
ਆਪਾਂ ਬੇਅਦਬੀ ਦੇ ਮਸਲੇ ਤੇ ਡਿਬੇਟ ਕਰੀਏ, ਬਹਿ ਕੇ ਵਿਚਾਰਾਂ ਕਰੀਏ। ਤੁਸੀਂ ਸਤਿਕਾਰਯੋਗ ਹੋ, ਬੈਠੋ, ਕੋਈ ਗੱਲ ਨਹੀਂ। ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ, ਆਪ ਮੰਨ ਕੇ ਵੀ ਗਏ ਸੀ ਜੌਲੀਆਂ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰ ਸੰਸਥਾ ਦੇ ਪ੍ਰਧਾਨ ਆ ਤੇ ਮੈਨੂੰ ਕੋਈ ਸਵਾਲ ਕਰੂ ਮੈਂ ਜਵਾਬ ਦੇਵਾਂ। ਮੈਨੂੰ ਤੁਸੀਂ ਕਹਿ ਕੇ ਵੀ ਗਏ ਸੀ ਕਿ ਮੈਂ ਲਿਖਤੀ ਜਵਾਬ ਦੇਵਾਂਗੀ, ਜਿਹੜੇ ਮੇਰੇ ਕੋਲ ਸਾਰੀ ਰਿਕਾਰਡਿੰਗ ਪਈ ਆ। ਤੇ ਲਿਖਤੀ ਜਵਾਬ ਦੀ ਥਾਂ ਤੇ ਤੁਸੀਂ ਇਸ ਤਰ੍ਹਾਂ ਦੇ ਬਹੁਤ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤ ਕੇ, ਤੁਹਾਡੇ ਤੋਂ ਇਦਾਂ ਇਹ ਮਸਲਾ ਨਹੀਂ ਹੱਲ ਹੋਣੇ, ਇਹ ਇਦਾਂ ਸਾਨੂੰ ਚੁੱਪ ਨਹੀਂ ਕਰਾਇਆ ਜਾਣਾ। ਸੋ ਇਸ ਲਈ ਮੈਂ ਕਹਿੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠ ਜਾਣ, ਦੀਵਾਨ ਹਾਲ ਮੰਜੀ ਸਾਹਿਬ ਬੈਠ ਜਾਣ, ਤੇਜਾ ਸਿੰਘ ਸਮੁੰਦਰੀ ਹਾਲ ਬੈਠ ਜਾਣ। ਮੇਰਾ ਖੁੱਲਾ ਗੁਰੂ ਤੇ ਭਰੋਸਾ ਰੱਖ ਕੇ ਮੈਂ ਚੈਲੰਜ ਕਰਦਾ ਕਿ ਬੇਅਦਬੀ ਦੇ ਮਸਲੇ ਤੇ ਇਹ ਬੈਠ ਜਾਣ। ਪਤਾ ਲੱਗ ਜੂਗਾ ਕਿ ਕਿਵੇਂ ਇਹ ਡੇਰਾ ਪ੍ਰੇਮੀਆਂ ਦੀ ਪੁਸਤ ਪਨਾਹੀ ਕਰਦੇ ਰਹੇ, ਕਿਵੇਂ ਇਹਨਾਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਜਤਿੰਦਰਵੀਰ ਜਿਮੀ ਕੁਲਦੀਪ ਪ੍ਰੇਮੀ ਵਰਗੇ ਡੇਰਾ ਪ੍ਰੇਮੀਆਂ ਨੂੰ ਆਪਣੀ ਪ੍ਰਾਪਰਟੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਦੀ, ਉਹਦੇ ਵਿੱਚੋਂ ਕਿਵੇਂ ਦੁਕਾਨਾਂ ਦੇਈ ਰੱਖੀਆਂ। ਤੇ ਕਿਵੇਂ ਇਹਨਾਂ ਦੀ ਸਰਕਾਰ ਆ। ਬੀਬੀ ਜੰਗੀਰ ਕੌਰ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਗੱਲਾਂ ਤਾਂ ਤੁਸੀਂ ਕਰਦੇ ਆ ਵੱਡੀਆਂ ਵੱਡੀਆਂ, ਜਦੋਂ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀਗਾ 2015 ਚ ਬੁਰਜ ਜਵਾਹਰ ਸਿੰਘ ਵਾਲੇ ਤੋਂ, ਤਾਂ ਤੁਹਾਡੀ ਪੁਲਿਸ ਨੇ ਸਕੈਚ ਜਾਰੀ ਕੀਤੇ ਸੀ ਬੀਬੀ ਜੰਗੀਰ ਕੌਰ ਜੀ। ਮੈਂ ਤਾਂ ਕੋਈ ਸਰਕਾਰ 'ਚ ਨਹੀਂ ਸੀਗਾ, ਤੁਹਾਡੀ ਪੁਲਿਸ ਨੇ ਆਹ ਸਕੈਚ ਜਾਰੀ ਕੀਤੇ ਮੋਨੇ ਮੁੰਡਿਆਂ ਦੇ ਕਿ ਇਹਨਾਂ ਦਾ ਹੋ ਸਕਦਾ। ਤਾਂ ਆਪਣਾ 1 ਜੂਨ ਤੋਂ ਲੈ ਕੇ 25 ਸਤੰਬਰ ਤੱਕ ਜਾਂ 12 ਅਕਤੂਬਰ ਤੱਕ ਬੀਬੀ ਜੰਗੀਰ ਕੌਰ, ਸੁਖਵੀਰ ਜਾਂ ਗਿਆਨੀ ਹਰਪ੍ਰੀਤ ਸਿੰਘ ਜੀ ਜਵਾਬ ਦਿਓ ਕਿ ਬਾਦਲਾਂ ਦੀ ਬਾਦਲ ਕਿਉਂ ਤੁਸੀਂ ਇੱਕ ਸਿੰਗਲ ਵੀ ਮੋਨੇ ਮੁੰਡੇ ਤੋਂ ਕੋਈ ਪੁੱਛਗਿੱਛ ਕੀਤੀ ਆ? ਉਸ ਤੋਂ ਬਾਅਦ 24-25 ਸਤੰਬਰ ਦੀ ਰਾਤ ਨੂੰ ਪੋਸਟਰ ਲਾਏ ਸੀ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ। ਇੰਨੀ ਅਸ਼ਲੀਲ ਸ਼ਬਦਾਵਲੀ ਆਪਾਂ ਕਹਿ ਵੀ ਨਹੀਂ ਸਕਦੇ। ਉੱਪਰ ਸਾਫ਼ ਲਿਖਿਆ ਸੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਹੜਾ 25 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ ਕਿਸੇ ਇੱਕ ਵੀ ਡੇਰਾ ਪ੍ਰੇਮੀ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ? ਇੰਨਾ ਕਿਉਂ ਮਤਲਬ ਉਹਨਾਂ ਦੀ ਪੁਸਤ ਪਨਾਹੀ ਕਰਦੇ ਰਹੇ, ਉਹਨਾਂ ਦੀਆਂ ਫਿਲਮਾਂ ਨੂੰ ਗਨਮੈਨ ਦਿੰਦੇ ਰਹੇ। ਤੇ ਮੇਰੇ ਵਰਗੇ ਪ੍ਰਚਾਰਕਾਂ ਨੂੰ ਤੁਹਾਡੇ SHO ਫਰੀਦਕੋਟ ਏਰੀਏ ਦੇ ਮਚਾਕੀ ਪਿੰਡ ਜਦੋਂ ਮੈਂ ਦੀਵਾਨ ਲਾ ਕੇ ਤੁਰਦਾ, ਉਹ ਕਹਿੰਦਾ ਸਾਡੇ ਇਲਾਕੇ 'ਚ ਵੜ ਕੇ ਦਿਖਾਈ, ਜੇ ਇਮਾਨਦਾਰੀ ਨਾਲ ਅਸੀਂ ਲੜਾਈ ਲੜਦੇ ਹਾਂ ਤੇ ਤੁਸੀਂ ਇਹ ਕੁਝ ਕਰਦੇ ਹੋ। ਤਾਂ ਮਤਲਬ ਇਹ ਬਹੁਤ ਨੀਵੀਆਂ ਬਚਕਾਨਾ ਹਰਕਤਾਂ ਤੇ ਨੇ ਜੀ। ਤੇ ਪਰ ਸੰਗਤ ਸਭ ਕੁਝ ਜਾਣ ਚੁੱਕੀ ਹੈ। ਇਹਨਾਂ ਨੂੰ ਇਹ ਲੱਗਦਾ ਕਿ ਪੰਥਕ ਸਫਾ ਦੇ ਵਿੱਚ ਜਿਹੜਾ ਬਾਦਲ ਦਾ ਟੱਬਰ ਜ਼ੀਰੋ ਹੋ ਗਿਆ, ਉਹਨੂੰ ਕਿਵੇਂ ਨਾ ਕਿਵੇਂ ਖੜਾ ਕਰ ਦਈਏ। ਇਸੇ ਮਸਲੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ, ਜਿਹੜਾ ਬੜੀ ਪਲੈਨਿੰਗ ਦੇ ਨਾਲ, ਬੜੀ ਨੀਤੀ ਨਾਲ 2022 ਲਈ ਬਾਦਲਾਂ ਨੂੰ ਜਿਹੜਾ ਗਰਾਊਂਡ ਹੈ ਉਹ ਤਿਆਰ ਕਰ ਰਿਹਾ ਹੈ। ਪਰ ਇਹ ਤਿਆਰ ਹੋਣਾ ਨਹੀਂ। ਗਿਆਨੀ ਹਰਪ੍ਰੀਤ ਸਿੰਘ ਜੀ, ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਗਰਾਊਂਡ ਉਹਨਾਂ ਲਈ ਤਿਆਰ ਕਰਦੇ ਉਹਨਾਂ ਨੂੰ ਖੜੇ ਕਰਦੇ ਆਪ ਡਿੱਗ ਪੈਣਾ। ਭਾਈ ਸਾਹਿਬ, ਕੀ ਸਮਝਦੇ ਹੋ ਕਿ ਬੀਬੀ ਇੱਕ ਬਹੁਤ ਵੱਡੇ ਉੱਚ ਅਹੁਦੇ ਦੇ ਉੱਤੇ ਬੈਠੇ ਨੇ, ਉਹਨਾਂ ਨੂੰ ਸਿੱਧਾ ਤੁਹਾਡਾ ਨਾਮ ਲੈ ਕੇ ਟਾਰਗੇਟ ਕਿਉਂ ਕੀਤਾ ਗਿਆ? ਤੁਹਾਨੂੰ ਕੀ ਸਮਝਦੇ ਹੋ ਕਿ ਕੀ ਕਾਰਨ ਹੋ ਸਕਦਾ ਇਹਦੇ ਵਿੱਚ? ਕੀ ਸਵਾਲ ਪੁੱਛੇ ਨੇ, ਇਹ ਕਾਰਨ ਹੋ ਸਕਦਾ, ਜਾਂ ਤੁਸੀਂ ਜਿਹੜੇ ਦੀਵਾਨ ਲਗਾ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹੋ, ਇਹ ਕਾਰਨ ਹੋ ਸਕਦਾ? ਕੀ ਕਾਰਨ ਹੋ ਸਕਦਾ? ਇਹ ਜੀ ਕੁੱਲ ਮਿਲਾ ਕੇ ਇਹ ਹੈ ਕਿ ਇਹਨਾਂ ਨੂੰ ਸੱਚ ਦਾ ਜਿਹੜਾ ਪ੍ਰਚਾਰ ਹੈ, ਗੁਰਬਾਣੀ ਦਾ ਫੈਸਲਾ, ਜੇ ਕੋ ਬੋਲਿਆ ਸੱਚ ਕੂੜਾ ਜਲ ਜਾਵੇ। ਇਹ ਪਹਿਲਾਂ ਵੀ ਬੜਾ ਸਾਨੂੰ ਆਪਣੇ ਰਾਜ ਦੇ ਦੌਰਾਨ ਬਾਦਲ ਕੇ ਬਹੁਤ ਡਿਸਟਰਬ ਕਰਦੇ ਰਹੇ ਨੇ, ਧਮਕੀਆਂ ਦਿਵਾਉਂਦੇ ਰਹੇ ਨੇ ਪੁਲਿਸ ਤੋਂ। ਔਰ ਜਦੋਂ ਅਸੀਂ ਬੇਅਦਬੀ ਘਟਨਾਕ੍ਰਮ ਦੇ ਉੱਤੇ ਲੜਾਈ ਲੜ ਰਹੇ ਸੀ ਤਾਂ ਮੇਰੇ ਵਰਗੇ ਪ੍ਰਚਾਰਕਾਂ ਤੇ ਮੇਰੇ ਨਾਲ ਵੀਰ ਹਰਜੀਤ ਸਿੰਘ ਖੜੇ ਨੇ, ਇੱਥੇ ਹਰਵਿੰਦਰ ਸਿੰਘ ਖੜੇ ਨੇ, ਵਜੀਦ ਖਾਨ, ਸਾਡੇ ਤੇ ਇਰਾਦਾ ਕਤਲ ਦੇ ਪਰਚੇ ਪਾਏ ਗਏ। ਅਸੀਂ ਅੰਮ੍ਰਿਤ ਵੇਲੇ ਬੈਠ ਕੇ ਬਾਣੀ ਪੜ੍ਹ ਰਹੇ ਹਾਂ ਤੇ ਸਾਡੇ ਤੇ ਸੁਖਵੀਰ ਕੀ ਪੁਲਿਸ ਇਰਾਦਾ ਕਤਲ ਦੇ ਪਰਚੇ ਪਾਉਂਦੀ ਹੈ। ਮੇਰੇ ਪਿਤਾ ਜੀ ਨੂੰ ਉਥੋਂ ਰਾਤ ਨੂੰ ਘਰ ਚੋਂ ਛਾਪਾ ਮਾਰ ਕੇ ਜੇਲ੍ਹ 'ਚ ਭੇਜਦੇ ਆ ਵੀ ਜਿਵੇਂ ਕਿਵੇਂ ਚੁੱਪ ਕਰ ਜਾਣ। ਪਰ ਗੁਰੂ ਸਾਹਿਬ ਬਖਸ਼ਿਸ਼ ਕਰਨਗੇ, ਇੱਦਾਂ ਤਾਂ ਅਸੀਂ ਚੁੱਪ ਕਰਨ ਵਾਲੇ ਹੈ ਨਹੀਂ। ਅਸੀਂ ਤਾਂ ਸੱਚ ਇਹਨਾਂ ਦਾ ਸਾਰਾ ਜਿਹੜਾ ਸਾਹਮਣੇ ਲਿਆਵਾਂਗੇ, ਦੱਸਾਂਗੇ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਨੇ। ਤੇ ਪੰਥਕ ਸਫਾ ਦੇ ਵਿੱਚ ਇਹਨਾਂ ਦਾ ਕੋਈ ਥਾਂ ਨਹੀਂ। ਇਹਨਾਂ ਨੂੰ ਹੁਣ ਚਾਹੀਦਾ, ਸੁਖਵੀਰ ਨੂੰ ਚਾਹੀਦਾ ਕਿ ਇੱਦਾਂ ਤੂੰ ਆ ਬੀਬੀ ਜੰਗੀਰ ਕੌਰ ਰਾਹੀਂ ਜਾਂ ਹਰਪ੍ਰੀਤ ਸਿੰਘ ਹੋਰਾਂ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜੀਆਂ ਕਰਵਾ ਕੇ ਨਾ ਤੂੰ ਭੁਲੇਖਾ ਇਹ ਮਨ ਚੋਂ ਕੱਢ ਦੇ। ਹੁਣ ਪੰਥ ਨਹੀਂ ਪ੍ਰਵਾਨ ਕਰਨਾ, ਹੁਣ ਤੂੰ ਪੰਥ ਦਾ ਖਹਿੜਾ ਛੱਡ, ਹੁਣ ਤੂੰ ਸੌਦਾ ਸਾਧ ਦੀ ਨਾ ਉਹ ਗੱਦੀ ਸਾਂਭ ਲੈ ਚੁੱਪ ਕਰਕੇ ਜੀ। ਹੁਣ ਜਿਸ ਤਰ੍ਹਾਂ ਬੀਬੀ ਜੰਗੀਰ ਕੌਰ ਨੇ ਸਿੱਧੇ ਤੁਹਾਨੂੰ ਟਾਰਗੇਟ ਕੀਤਾ ਹੈ, ਇਸ ਨੂੰ ਲੈ ਕੇ ਹੁਣ ਕੀ ਅਗਲਾ ਕਦਮ ਕੀ ਰਹੂਗਾ ਤੁਹਾਡਾ? ਕਿਉਂਕਿ ਜੇਕਰ ਕੋਈ ਸਿੱਖ ਸੰਗਤਾਂ ਦੇ ਵਿੱਚ ਕੁਝ ਹੁੰਦਾ ਤਾਂ ਉਹ SGPC ਤੱਕ ਪਹੁੰਚ ਕਰਦੇ ਨੇ ਜਾਂ ਅਕਾਲ ਤਖਤ ਸਾਹਿਬ ਤੇ ਜਾਂਦੇ ਨੇ। ਹੁਣ ਤਾਂ ਉੱਥੇ ਹੀ ਤੁਹਾਡੇ ਉੱਤੇ ਦੋਸ਼ ਲੱਗਿਆ, ਹੁਣ ਕੀ ਕਰੋਗੇ? ਉਹ ਦੋਸ਼ ਤਾਂ ਜੀ ਇਹ ਪਹਿਲਾਂ ਵੀ ਲਾਉਂਦੇ ਰਹਿੰਦੇ ਨੇ। ਚਲੋ ਇਹਨਾਂ ਨੂੰ ਮਹਾਰਾਜ ਇੱਕ ਤਾਂ ਅਰਦਾਸ ਕਰਦੇ ਆ ਵੀ ਸੁਮੱਤ ਬਖਸ਼ੇ ਗੁਰੂ ਸਾਹਿਬ, ਤੇ ਬਾਕੀ ਅਸੀਂ ਤਾਂ ਸੰਗਤ ਦੀ ਕਚਹਿਰੀ 'ਚ ਠੋਕ ਕੇ ਗੱਲ ਕਰਾਂਗੇ। ਅਸੀਂ ਤਾਂ ਕਹਿੰਦੇ ਆ ਵੀ ਆ ਜਾਓ ਬੈਠੋ। ਜੇ ਇਹਨਾਂ 'ਚ ਮਾੜਾ ਜਿਹਾ ਵੀ ਸੱਚ ਹੈ, ਮੈਂ ਦੁਬਾਰਾ ਫਿਰ ਕਹਿੰਦਾ ਬੈਠ ਜਾਣ ਜਿੱਥੇ ਮਰਜੀ, ਸਮਾਂ ਤੁਹਾਡਾ, ਜਗ੍ਹਾ ਤੁਹਾਡੀ। ਜਗ੍ਹਾ ਚਲੋ ਉਹ ਸੰਸਥਾਵਾਂ ਸਾਡੀਆਂ ਪਵਿੱਤਰ ਨੇ, ਅਕਾਲ ਤਖਤ ਸਾਹਿਬ ਆ, ਉੱਥੇ ਬੈਠੋ, ਸਾਰਾ ਮੀਡੀਆ ਨੂੰ ਸੱਦ ਲਓ, ਬਹਿ ਕੇ ਡਿਬੇਟ ਕਰ ਲਓ। ਭੱਜਦੇ ਕਿਉਂ ਨੇ? ਤੁਸੀਂ ਕਹਿ ਕੇ ਗਏ ਮੇਰੇ ਕੋਲ ਇੱਥੇ ਜੌਲੀਆਂ, ਸਾਰੀ ਸੰਗਤ ਗਵਾਹ ਹੈ ਔਰ ਮੇਰੇ ਕੋਲ ਰਿਕਾਰਡਿੰਗ ਹੈ। ਉਹ ਕਹਿੰਦੀ ਮੈਂ ਇਹ ਲਿਖਤੀ ਜਵਾਬ ਭੇਜਾਂਗੀ,
ਉਹ ਲਿਖਤੀ ਜਵਾਬ ਅਸੀਂ ਉਡੀਕਦੇ ਹਾਂ ਜੀ, 1 ਮਹੀਨਾ ਹੋ ਗਿਆ ਆਏ ਨਹੀਂ। ਹੁਣ ਇਦਾਂ ਦਬਾਉਣ ਦਾ ਯਤਨ ਹੈ। ਅਸੀਂ ਤਾਂ ਪੁੱਛਾਂਗੇ ਜਾ ਕੇ, ਅਸੀਂ ਦੇਖਦੇ ਹਾਂ, ਲਿਖਤੀ ਪੁੱਛੀਏ ਜਾਂ ਫਿਰ ਦਰਵਾਜ਼ੇ ਜਾ ਕੇ ਘੇਰੀਏ, ਕਿਵੇਂ ਕਰੀਏ। ਅਸੀਂ ਪਿੱਛੇ ਨਹੀਂ ਹਟਦੇ ਜਿੰਨਾ ਚਿਰ ਸਵਾਲ ਚੱਲਦੇ ਆ। ਕੀ ਕੋਈ ਲਿਖਤੀ ਜਵਾਬ ਦੇ ਲਈ ਦੁਬਾਰਾ ਰਿਮਾਈਂਡ ਕਰਾਉਂਗੇ ਉਹਨਾਂ ਨੂੰ? ਕਈ ਵਾਰ ਕਹਿੰਦਾ ਕਿ ਅਸੀਂ ਭੁੱਲ ਗਏ ਸੀ, ਕੋਈ ਲਿਖਤੀ ਉਹਨਾਂ ਨੂੰ ਦੁਬਾਰਾ ਰਿਮਾਈਂਡ ਭੇਜੋਗੇ ਉਹਨਾਂ ਨੂੰ? ਹਾਂ, ਰਿਮਾਈਂਡ ਤਾਂ ਜੀ ਉਹ ਬਿਲਕੁਲ ਆ ਤੁਹਾਡੇ ਰਾਹੀਂ ਵੀ ਦੇਖੋ ਰਿਮਾਈਂਡ ਹੋ ਰਿਹਾ, ਤੇ ਰਿਮਾਈਂਡ ਤਾਂ ਵਾਰ-ਵਾਰ ਭੁੱਲੇ ਤਾਂ ਨਹੀਂ। ਉਹ ਸਵਾਲ ਤਾਂ ਨਾ ਕੋਹਲੀ ਸਾਹਿਬ ਉਹਨਾਂ ਦੇ ਨਾ ਐ ਸੀਨੇ 'ਚ ਵੱਜੇ ਤੀਰ ਵਾਂਗੂ। ਉਹ ਇੰਨਾ ਜ਼ਖਮ ਉਹਨਾਂ ਤੇ ਗਹਿਰਾ ਕਰਤਾ ਸਵਾਲਾਂ ਨੇ, ਤੇ ਇਸੇ ਕਰਕੇ 1 ਮਹੀਨੇ ਬਾਅਦ ਵੀ ਉਹਨਾਂ ਦੀਆਂ ਜਿਹੜੀਆਂ ਚੀਕਾਂ ਨੇ ਉਹ ਸਾਫ਼ ਉਸ ਇਕੱਤਰਤਾ ਦੇ ਵਿੱਚੋਂ ਚੀਕਾਂ ਪੈਂਦੀਆਂ ਦਿਖਾਈ ਦਿੰਦੀਆਂ ਨੇ। ਉਸੇ ਮੀਟਿੰਗ 'ਚ, ਹਾਲਾਂਕਿ ਰਣਵੀਰ ਸਿੰਘ ਖੱਟੜਾ ਦੀਆਂ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ, ਉਸੇ ਮੀਟਿੰਗ ਵਿੱਚ ਰਣਵੀਰ ਸਿੰਘ ਖੱਟੜਾ ਇਹ ਕਹਿੰਦਾ ਕਿ ਹਰਜਿੰਦਰ ਸਿੰਘ ਮਾਝੀ ਇੱਕ ਚੰਗਾ ਪ੍ਰਚਾਰਕ ਹੈ, ਉਹਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਡੇਰਾ ਪ੍ਰੇਮੀ ਲੋਕਟ ਤਾਰ ਕੇ ਸੁੱਟਦੇ ਆ। ਇੱਕ ਤਾਂ ਮੇਰੇ ਤੋਂ ਡੇਰਾ ਪ੍ਰੇਮੀਆਂ ਨੂੰ ਤਕਲੀਫ ਹੋਈ, ਜਿਹੜੇ ਵੱਡੇ ਹਾਈ ਲੈਵਲ ਦੇ ਸੀਗੇ, ਜਿਹੜੇ ਸਾਡੀ ਭੈਣ ਭਰਾ ਭੁੱਲੜ ਸੀ ਉਹ ਤਾਂ ਚਲੋ ਮੁੜ ਆਏ ਸਿੱਕੀ 'ਚ। ਇੱਕ ਤਾਂ ਵੱਡੇ ਡੇਰਾ ਪ੍ਰੇਮੀਆਂ ਨੂੰ ਪ੍ਰੋਬਲਮ ਹੋਈ, ਗੁਰਮੀਤ ਰਾਮ ਰਹੀਮ ਨੂੰ ਪ੍ਰੋਬਲਮ ਹੋਈ, ਜਾਂ ਬੀਬੀ ਜੰਗੀਰ ਕੌਰ ਹੋਰਾਂ ਨੂੰ ਪ੍ਰੋਬਲਮ ਹੋਈ, ਸੁਖਵੀਰ ਕਿਆਂ ਨੂੰ ਪ੍ਰੋਬਲਮ ਹੋਈ। ਸੋ ਕੁੱਲ ਮਿਲਾ ਕੇ ਸਾਰਾ ਅੰਦਰ ਖਾਤੇ ਇੱਕ ਹੈਗੇ ਜੀ। ਹਾਂਜੀ, ਇੱਕ ਗੱਲ ਨਹੀਂ ਸਮਝ ਲੱਗ ਰਹੀ ਕਿ ਕੋਈ ਵੀ ਐਸਜੀਪੀਸੀ ਦਾ ਪ੍ਰਧਾਨ ਬਣਦਾ, ਜੇ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਬਣੇ ਜਾਂ ਬੀਬੀ ਜਗੀਰ ਕੌਰ ਬਣੀ, ਸਿੱਖ ਸੰਗਤਾਂ ਦੀ ਕਿਉਂ ਨਹੀਂ ਉਹਨਾਂ ਨਾਲ ਆਪਸੀ ਗੱਲਬਾਤ ਤਾਲਮੇਲ ਬਣਦਾ? ਕਿਉਂ ਨਹੀਂ ਟਿਊਨਿੰਗ ਸੈੱਟ ਬੈਠ ਰਹੀ? ਕਿਉਂਕਿ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਵਿਰੋਧ ਹੁੰਦਾ ਰਿਹਾ, ਹੁਣ ਬੀਬੀ ਜਗੀਰ ਕੌਰ ਦਾ ਵਿਰੋਧ ਹੋ ਰਿਹਾ, ਕਿਉਂ ਨਹੀਂ ਸਿੱਖ ਸੰਗਤਾਂ ਦੇ ਬੈਣ? ਇਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਥਾਂ ਤੇ ਜਿਨ੍ਹਾਂ ਦੇ ਲਿਫਾਫੇ ਚੋਂ ਨਿਕਲਦੇ ਆ, ਟੋਟਲੀ ਬਸ ਉਹਨਾਂ ਦੇ ਉੱਤੇ ਕੇਂਦਰਿਤ ਰਹਿੰਦੇ ਆ ਵੀ ਕਿਵੇਂ ਨਾ ਕਿਵੇਂ ਬਸ ਬਾਦਲਾਂ ਦੀ ਸੇਵਾ ਕਰਦੇ ਰਹਿੰਦੇ ਆ। ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਥਾਂ ਤੇ ਬਾਦਲਾਂ ਦੀ ਸੇਵਾ ਕਰਦੇ ਨੇ। ਤਾਂ ਸੰਗਤ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੀ ਜੀ, ਇਹਨਾਂ ਦੀ ਕੋਈ ਗੱਲਬਾਤ ਨਹੀਂ। ਬਾਕੀ ਮੈਂ ਕਹਿੰਦਾ ਵੀ ਇਹਨਾਂ 'ਚ ਥੋੜਾ ਜਿਹਾ ਵੀ ਹੈ, ਤੇ ਇਹ ਕਰਨ ਗੱਲ ਕੁਛ ਨਹੀਂ ਇਹ ਕਰ ਰਹੇ। ਬਿਲਕੁਲ, ਇਹ ਸਨ ਸਾਡੇ ਨਾਲ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਦੇ ਉੱਤੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਦੋਸ਼ ਲਗਾਏ ਗਏ ਨੇ। ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਸਿੱਧਾ ਤੌਰ ਤੇ ਚੈਲੰਜ ਕੀਤਾ ਕਿ ਜਗ੍ਹਾ ਤੁਹਾਡੀ, ਟਾਈਮ ਤੁਹਾਡਾ, ਸਾਡੇ ਨਾਲ ਡਿਬੇਟ ਕਰ ਲਓ, ਜੋ ਬੇਅਦਬੀ ਹੋਈ ਆ ਉਸ ਨੂੰ ਲੈ ਕੇ ਸਾਡੇ ਨਾਲ ਬੈਠ ਕੇ ਵਿਚਾਰ ਕਰ ਲਓ, ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ। ਲੋਕਾਂ ਦੀ ਜੋ ਸੰਗਤਾਂ ਦੀ ਕਚਹਿਰੀ ਦੇ ਵਿੱਚ ਸਾਰਾ ਕੁਝ ਆ ਜਾਊਗਾ। ਦੇਖਦੇ ਕਿ ਇਹਨਾਂ ਵੱਲੋਂ ਜੋ ਚੈਲੰਜ ਕੀਤਾ ਗਿਆ ਬੀਬੀ ਜਗੀਰ ਕੌਰ, ਉਸ ਨੂੰ ਮੰਨਦੇ ਨੇ ਜਾਂ ਨਹੀਂ। ਕੈਮਰਾਮੈਨ ਪ੍ਰਿੰਸ ਦੇ ਨਾਲ ਰਜੇਸ਼ ਕੋਹਲੀ, ਜਗਬਾਣੀ ਟੀਵੀ, ਸੰਗਰੂਰ।